ਸਤਿ ਸ੍ਰੀ ਅਕਾਲ ਜੀ। ਇੱਕ ਪੱਤਰਕਾਰ ਵੀਰ ਨੇ ਵਿਕਰਮ ਮਜੀਠੀਆ ਦੇ ਵਕੀਲ ਕੋਲੋਂ ਪੁੱਛਿਆ ਹੈ ਕਿ ਜੇ ਵਿਕਰਮ ਮਜੀਠੀਆ ਬੇਕਸੂਰ ਹੈ, ਵਿਕਰਮ ਮਜੀਠੀਆ ਨੇ ਕੁਝ ਕੀਤਾ ਹੀ ਨਹੀਂ ਹੈ, ਤੇ ਵਿਕਰਮ ਮਜੀਠੀਆ ਦੀ ਜ਼ਮਾਨਤ ਕਿਉਂ ਨਹੀਂ ਹੋਂਦੀ। ਤੇ ਫਿਰ ਵਕੀਲ ਸਾਹਿਬ ਨੇ ਅੱਗੋਂ ਕੀ ਜਵਾਬ ਦਿੱਤਾ ਹੈ, ਕੀ ਕੰਪਲੀਟ ਡਿਟੇਲ ਹੈ, ਅੱਜ ਦੀ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ। ਵੀਡੀਓ ਸ਼ੁਰੂ ਕਰਦੇ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜਿਹੜੇ ਵੀਰ ਭੈਣਾਂ ਭਰਾ ਬਜ਼ੁਰਗ ਇਸ ਚੈਨਲ ਤੇ ਨਵੇਂ ਨੇ, ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦੇਣ। ਵੀਡੀਓ ਸ਼ੁਰੂ ਕਰਦੇ ਹਾਂ, ਗੋ। ਤੇ ਬੜਾ ਅਹਿਮ ਸਵਾਲ ਤੁਸੀਂ ਪਹਿਲਾਂ ਪੁੱਛਿਆ। ਤੁਹਾਡੇ ਸਰੋਤਿਆਂ ਨੂੰ ਮੈਂ ਦੱਸਦਾ ਜੀ ਕਿ NDPS ਕੇਸ ਨਹੀਂ ਹੈ। NDPS ਕੇਸ ਵਿੱਚ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਹਾਈ ਕੋਰਟ ਦੀਆਂ ਫਾਈਂਡਿੰਗ ਨੇ ਵਿਕਰਮ ਮਜੀਠੀਆ ਕਿਸੇ ਵੀ ਨਸ਼ਾ ਤਸਕਰੀ ਵਿੱਚ ਜਾਂ ਕਿਸੇ ਵੀ ਨਸ਼ੇ ਨੂੰ ਲੈ ਕੇ ਕਾਰੋਬਾਰ ਵਿੱਚ ਸ਼ਾਮਿਲ ਨਹੀਂ ਹੈ। ਉਹਨਾਂ ਨੇ ਕੋਈ ਫਾਈਨੈਂਸ ਨਹੀਂ ਕੀਤਾ। ਸੋਪਤੀ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ, ਕੱਲ੍ਹ ਤੁਸੀਂ ਮਜੀਠੀਆ ਸਾਹਿਬ ਨੂੰ ਮਿਲ ਕੇ ਆਏ ਨੇ, ਕਿਵੇਂ ਨੇ ਉਹ, ਕਿਵੇਂ ਦਾ ਅੰਦਰ ਵਿਜੀਲੈਂਸ ਦਾ ਮਾਹੌਲ ਹੈ? ਚੜ੍ਹਦੀ ਕਲਾ 'ਚ ਨੇ। ਮਾਹੌਲ ਤਾਂ ਵਿਜੀਲੈਂਸ ਦਾ ਕੀ ਹੋਣਾ ਜੀ, ਸਰਕਾਰੀ ਦਫ਼ਤਰ ਹੈ, ਸਰਕਾਰੀ ਕਮਰੇ ਨੇ, ਤੇ ਉਹ ਚੜ੍ਹਦੀ ਕਲਾ 'ਚ ਨੇ। ਉਹ ਆਪਦੀ ਪਾਠ ਪੂਜਾ ਕਰ ਰਹੇ ਆ, ਆਨੰਦ 'ਚ ਨੇ। ਅੱਛਾ, ਪਹਿਲਾਂ ਇਹ ਦੱਸੋ, ਜਿਹੜਾ ਵਿਕਰਮ ਮਜੀਠੀਆ ਤੇ NDPS ਦਾ ਪਰਚਾ ਸੀਗਾ, ਉਹ ਕੀ ਸੀਗਾ ਤੇ ਉਹਦੀ ਭੂਮਿਕਾ ਕੀ ਬਣਾਈ ਹੋਈ ਸੀ? ਭੂਮਿਕਾ ਦੀ ਇਹ ਸੀਗੀ, ਇਹ ਔਰ ਭੋਲੇ ਨੇ ਇੱਕ ਸਟੇਟਮੈਂਟ ਦੇ ਦਿੱਤੀ ਸੀਗੀ ਮੀਡੀਆ 'ਚ, ਤੁਹਾਨੂੰ ਯਾਦ ਹੋਏਗਾ। ਇਹਨਾਂ ਨੇ, ਉਹ ਪੋਲੀਟੀਕਲ ਓਪੋਨੈਂਟਸ ਨੇ ਪਹਿਲਾਂ ਆਨਰੇਬਲ ਹਾਈ ਕੋਰਟ ਕੋਲ ਗਏ, PAL 'ਚ ਗਏ, ਕੁਛ ਨਹੀਂ ਬਣਿਆ। ਫਿਰ ਸਰਕਾਰਾਂ ਬਦਲ ਗਈਆਂ, AG 4 ਬਦਲਤੇ, 4 DGP ਬਦਲਤੇ, ਫਿਰ ਸਰਦਾਰ ਚੱਟੋਪਾਧਿਆ ਸਾਹਿਬ ਨੂੰ ਲੈ ਕੇ ਆਏ, ਜਿਨ੍ਹਾਂ ਦਾ ਸਭ ਤੋਂ ਵੱਡਾ ਏਮ ਹਰ ਇੱਕ ਅਫਸਰ ਦਾ ਹੁੰਦਾ ਜੀ ਕਿ ਮੈਨੂੰ DGP ਲਾ ਦਿਓ। UPSC ਤੋਂ ਰਿਜੈਕਟ ਹੋ ਗਏ, ਸੁਪਰੀਮ ਕੋਰਟ ਤੋਂ ਰਿਜੈਕਟ ਹੋ ਗਏ, ਅਨਫਿਟ ਕੈਂਡੀਡੇਟ ਬਣ ਗਏ, ਚਾਰਜ ਸ਼ੀਟ ਹੋਏ ਹੋਏ ਨੇ PM ਦੀ ਸਿਕਿਉਰਿਟੀ 'ਚ ਨਾ। ਹੁਣ ਰਿਟਾਇਰਮੈਂਟ ਤੋਂ ਪਹਿਲਾਂ ਉਹ ਕਹਿੰਦੇ ਮੇਰੇ ਤੋਂ ਜੋ ਮਰਜ਼ੀ ਕਰਾ ਲਓ, ਮੈਨੂੰ DGP ਬਣਾ ਦਿਓ। DGP ਬਣ ਨਾ ਸਕੇ, ਐਕਟਿੰਗ DGP ਰਿਟਾਇਰ ਹੋਏ, ਉਹਨਾਂ ਤੋਂ ਡਾਇਰੈਕਸ਼ਨ ਲੈ ਕੇ FIR ਰਜਿਸਟਰ ਕਰਾਤੀ ਇਨ ਮੋਸਟ ਹੀਨੀਅਸ ਅਫੈਂਸਿਸ: ਫਾਈਨੈਂਸਿੰਗ, ਹਾਰਬਰਿੰਗ, ਟਰਾਂਸਪੋਰਟ ਆਫ ਡਰੱਗ, ਜਿਹਦੇ ਵਿੱਚ ਜ਼ਮਾਨਤ ਨਹੀਂ ਹੁੰਦੀ ਜਦ ਤੱਕ ਕੋਰਟ ਸੈਕਸ਼ਨ 37 'ਚ ਇਹ ਫਾਈਂਡਿੰਗ ਨਾ ਦੇਣ ਕਿ ਜੋ ਐਲੀਗੇਸ਼ਨਾਂ ਨੇ ਸਰਾਸਰ ਝੂਠੀਆਂ ਨੇ। ਕਿਉਂਕਿ ਐਡਾ ਵੱਡਾ ਪਰਚਾ ਦਰਜ ਹੋਇਆ ਤੇ ਆਨਰੇਬਲ ਹਾਈ ਕੋਰਟ ਨੂੰ ਸਿਰਫ ਜ਼ਮਾਨਤ ਨਹੀਂ ਦੇਣੀ ਪਈ, ਇਹ ਫਾਈਂਡਿੰਗਸ ਦੇਣੀਆਂ ਪਈਆਂ ਜ਼ਮਾਨਤ ਦੇਣ ਵੇਲੇ ਕਿ ਜਿਹੜੀਆਂ ਐਲੀਗੇਸ਼ਨਾਂ ਨੇ ਉਹ ਫਰੇਲ ਨੇ, ਇਨਕ੍ਰੈਡੀਬਲ ਨੇ। ਤੇ ਬੋਨੀ ਅਜਨਾਲਾ ਜਿਹੜਾ ਹੁਣ ਤੁਰਿਆ ਫਿਰਦਾ ਹੈ, ਉਹਦੇ ਨੂੰ ਕਿਹਾ ਕਿ ਇਹ ਟਰਨਕੋਟ ਪੋਲੀਟੀਸ਼ੀਅਨ ਹੈ, ਇਹਦੀ ਸਰਕਾਰ ਦੇ ਨਾਲ ਕੁਇਡ ਪ੍ਰੋ ਕੋ ਹੈ, ਸਿਕਿਉਰਿਟੀ ਲੈਣ ਦੇ ਚੱਕਰ 'ਚ ਉਹਨੇ ਇਹ ਕੰਮ ਕਰ ਰਿਹਾ। ਇਹ ਕੋਰਟ ਦੀਆਂ ਫਾਈਂਡਿੰਗ ਨੇ, ਇਹ ਕੋਰਟ ਦੀਆਂ ਫਾਈਂਡਿੰਗਸ ਨੇ, ਐਂਡ ਪ੍ਰੂਵ ਮੀ ਰੋਂਗ। ਇਹ ਕੋਰਟ ਦੀਆਂ ਫਾਈਂਡਿੰਗ ਬੋਨੀ ਅਜਨਾਲਾ ਨੇ ਹਾਈ ਕੋਰਟ 'ਚ ਚੈਲੰਜ ਕੀਤੀਆਂ, ਫਿਰ ਫਟਕਾਰ। ਬੋਨੀ ਅਜਨਾਲਾ ਦੀ ਪਟੀਸ਼ਨ ਡਿਸਮਿਸ ਹੋਈ ਹੈ ਔਰ ਹਾਈ ਕੋਰਟ ਨੇ ਸਪੈਸੀਫਿਕ ਲਿਖਿਆ ਕਿ ਜਿਹੜੀਆਂ ਸਾਡੀ ਐਲੀਗੇਸ਼ਨ ਨੇ ਉਹ ਬਿਲਕੁਲ ਠੀਕ ਨੇ, ਵੀ ਸਟੈਂਡ ਬਾਈ ਦੋਜ਼ ਐਂਡ ਦੇ ਆਰ ਵੈਰੀ ਇੰਪੋਰਟੈਂਟ ਟੂ ਗ੍ਰਾਂਟ ਬੇਲ ਟੂ ਮਿਸਟਰ ਮਜੀਠੀਆ। ਉਹਦੀ ਪਟੀਸ਼ਨ ਡਿਸਮਿਸ ਹੋਈ ਹੈ, ਹੁਣ ਇਹ ਬੰਦਾ ਆ ਕੇ ਤੁਰਿਆ ਫਿਰਦਾ ਜੀ। ਹੁਣ ਕੱਲ੍ਹ ਨਿਰੰਜਨ ਸਿੰਘ ਆ ਗਿਆ ਜੀ। ਮੈਨੂੰ ਦੱਸੋ, ਡਿਸਪ੍ਰੋਪੋਰਸ਼ਨੇਟ ਐਸੈਟਸ 'ਚ ਗਵਾਹ ਕਿਹੜੇ ਹੁੰਦੇ ਆ? ਜਿਨ੍ਹਾਂ ਨੇ ਪੈਸੇ ਦਿੱਤੇ ਹੁੰਦੇ ਆ। ਨਿਰੰਜਨ ਸਭ ਤੋਂ ਪੈਸੇ ਲੈ ਲਏ, ਇਹ 7 ਪੈਸੇ ਲੈ ਲਏ। ਜਾਂ ਅਸੀਂ ਕੰਟਰੈਕਟਰ ਹੈਗੇ ਹਾਂ, ਇੱਕ ਘਰ ਅਸੀਂ ਬਣਾ ਕੇ ਦਿੱਤਾ। ਨਿਰੰਜਨ ਸਿੰਘ ਕੋਈ ਕੰਟਰੈਕਟਰ ਹੈ, ਨਿਰੰਜਨ ਸਿੰਘ ਨੇ ਕੋਈ ਪੈਸੇ ਦਿੱਤੇ, ਬੋਨੀ ਨੇ ਕੋਈ ਪੈਸੇ ਦਿੱਤੇ। ਮਤਲਬ ਤੁਸੀਂ ਨਸ਼ੇ ਦੀ ਬੇਲ ਹੋ ਗਈ, ਕੋ ਨਹੀਂ ਹੋਈ ਬੇਲ। ਜੇ ਤੁਹਾਡੇ 'ਚ ਹਿੰਮਤ ਹੈ ਨਾ ਜੀ, ਤਾਂ ਇਸ ਕੇਸ ਵਿੱਚ NDPS ਦੀ ਇੱਕ ਧਾਰਾ ਐਡ ਕਰਕੇ ਦਿਖਾਓ, ਤੁਹਾਨੂੰ ਕੋਰਟ ਲੈ ਕੇ ਚੱਲੀਏ। ਇੱਕ ਧਾਰਾ ਛੋਟੀ ਤੋਂ ਛੋਟੀ NDPS ਐਕਟ ਲਾ ਕੇ ਦਿਖਾਓ। ਇਹ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਹੈ, DA ਦਾ ਕੇਸ ਹੈ। ਪਰ ਸਰ, ਪ੍ਰਚਾਰ ਪ੍ਰਸਾਰ ਤਾਂ ਇਹੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ। ਪਰ ਇਹੀ ਤਾਂ ਹੈ, ਪ੍ਰਚਾਰ ਹੀ ਹੈ, ਮੀਡੀਆ ਟਰਾਇਲ ਹੈ। ਵਾਈ ਮੈਂ ਐਜ਼ ਅ ਲਾਇਰ ਸਿਟਿੰਗ ਹੇਅਰ ਬਿਫੋਰ ਯੂ ਜੀ, ਕਿਉਂਕਿ ਵੀ ਹੈਵ ਨਾਓ ਡਿਸਾਈਡਡ ਤੁਹਾਨੂੰ ਮੀਡੀਆ ਟਰਾਇਲ ਚਾਹੀਦਾ ਹੈ, ਸਾਨੂੰ ਮਨਜ਼ੂਰ ਹੈ। ਮੇਰਾ ਓਪਨ ਚੈਲੰਜ ਹੈ ਤੁਹਾਡੀ ਹੈਡ ਲੀਗਲ ਟੀਮ ਨੂੰ, ਐਡਵੋਕੇਟ ਜਨਰਲ ਸਾਹਿਬ ਨੂੰ, DGP ਸਾਹਿਬ ਜਿਨ੍ਹਾਂ ਨੇ ਪਰਚਾ ਦਰਜ ਕੀਤਾ, ਚੀਫ ਮਿਨਿਸਟਰ ਸਾਹਿਬ ਜਿਨ੍ਹਾਂ ਨੇ ਕਿਹਾ 29 ਮੋਬਾਈਲ ਫੋਨ ਰਿਕਵਰ ਹੋਏ ਆ, ਅੱਜ ਜ਼ੀਰੋ 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 ਜ਼ੀਰੋ। ਮੇਰਾ ਓਪਨ ਚੈਲੰਜ ਹੈ DGP, ਵਿਜੀਲੈਂਸ ਚੀਫ ਡਾਇਰੈਕਟਰ ਨੂੰ, ਤੱਥਾਂ 'ਤੇ ਗੱਲ ਕਰਦੇ ਹਾਂ। ਸਿੰਗਲ ਸਾਈਡਡ ਐਲੀਗੇਸ਼ਨ ਲਾ ਕੇ ਦੁੜਕੀ ਨਾ ਹੋ ਜਾਇਆ ਕਰੋ। ਲੀਗਲ ਟੀਮ ਬੈਠੀ ਹੈ, 1-on-1 ਇੰਟਰਵਿਊ ਕਰਦੇ ਹਾਂ ਲੋਕਾਂ ਨੂੰ। ਇਸ ਦ ਮੋਸਟ ਇੰਪੋਰਟੈਂਟ ਕੇਸ ਆਫ ਪੰਜਾਬ, ਐਵਰੀਬਡੀ ਵਾਂਟਸ ਟੂ ਨੋ ਦ ਟਰੂਥ। ਅਸੀਂ ਬੈਠੇ ਹਾਂ,
ਤੱਥਾਂ ਤੇ ਗੱਲ ਕਰਦੇ ਹਾਂ, ਐਵੀਡੈਂਸ ਤੇ ਗੱਲ ਕਰਦੇ ਹਾਂ, ਜ਼ਮਾਨਤਾਂ ਤੇ ਗੱਲ ਕਰਦੇ ਹਾਂ, ਲੀਗੈਲਿਟੀ ਤੇ ਗੱਲ ਕਰਦੇ ਹਾਂ, ਆਰਾਮ ਨਾਲ ਗੱਲ ਕਰਦੇ ਹਾਂ। ਅਸੀਂ ਕੋਰਟ 'ਚ ਤਾਂ ਕਰ ਹੀ ਰਹੇ ਹਾਂ, ਕੋਰਟ 'ਚ ਤੁਸੀਂ ਕੋਈ ਗੱਲ ਨਹੀਂ ਕਰਦੇ। ਚਲਾਨ ਕਿੱਥੇ? ਇਨਵੈਸਟੀਗੇਸ਼ਨ ਦਾ ਕੰਮ ਕੀ ਹੈ ਜੀ। ਮੈਂ ਤੁਹਾਨੂੰ ਦੱਸਦਾ ਜੀ ਕਿ ਇਹ SIT ਦੀ ਰਿਪੋਰਟ ਆਈ DGP ਕੋਲ, ਪ੍ਰੋਕਿਊਰਡ। DGP ਨੇ ਕਿਹਾ ਜੀ ਪਰਚਾ ਦੇ ਦਿਓ, ਕਿਉਂ SIT ਪੁਲਿਸ ਨਹੀਂ ਹੈ, SIT ਇਨਵੈਸਟੀਗੇਟਿੰਗ ਏਜੰਸੀ ਨਹੀਂ ਹੈ ਕਿ ਉਹ ਅਫੈਂਸ ਐਡ ਨਹੀਂ ਕਰ ਸਕਦੇ ਸੀ। ਦੈਟ ਵਾਜ਼ ਦ ਓਨਲੀ ਰੈਮੇਡੀ ਅਵੇਲੇਬਲ। ਪਰ ਕਿਉਂਕਿ ਜ਼ਮਾਨਤ ਹੋ ਗਈ ਸੀ, ਐਜ਼ ਪਰ ਲਾਅ ਦੇ ਹੈਡ ਟੂ ਫਾਈਲ ਐਨ ਐਪਲੀਕੇਸ਼ਨ। ਇਹਨੇ ਦਰਖਾਸਤ ਦੇਣੀ ਸੀ ਹਾਈ ਕੋਰਟ 'ਚ, ਜਿਹੜੀ ਕੋਰਟ ਨੇ ਜ਼ਮਾਨਤ ਦਿੱਤੀ ਹੈ ਕਿ ਸਾਨੂੰ ਦੁਬਾਰਾ ਚਾਹੀਦਾ ਜੀ। ਉੱਥੋਂ ਤਾਂ ਭੱਜ ਕੇ ਆਏ ਨੇ। ਸੁਪਰੀਮ ਕੋਰਟ ਵਿੱਚ ਤੁਸੀਂ ਸਾਰੇ ਤੱਥ ਦਿੱਤੇ ਸੀ ਕਿ ਨਹੀਂ ਦਿੱਤੇ ਸੀ? A to Z ਐਂਡ ਮੋਰ ਇਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਸੁਪਰੀਮ ਕੋਰਟ 'ਚ, ਜੀ। ਐਡੀਸ਼ਨਲ ਐਫੀਡੇਵਿਟ, 3 ਐਡੀਸ਼ਨਲ ਐਫੀਡੇਵਿਟ ਨੇ ਕਿ ਇਹਨਾਂ ਤੱਥਾਂ ਤੇ ਬਿਕਰਮ ਸਿੰਘ ਮਜੀਠੀਆ ਦੀ ਕਸਟੋਡੀਅਲ ਇੰਟਰੋਗੇਸ਼ਨ ਚਾਹੀਦੀ ਹੈ। ਤੁਹਾਡੀ ਪਟੀਸ਼ਨ ਡਿਸਮਿਸ ਹੋਈ ਕਿ ਨਹੀਂ ਹੋਈ? ਸੁਪਰੀਮ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀ ਸੀ, ਇਹ ਤੁਸੀਂ ਕੰਟੈਂਪਟ ਹੈ ਜੋ ਤੁਸੀਂ ਕੰਮ ਕੀਤਾ, ਕਿ ਤੁਸੀਂ ਇਹ ਐਲੀਗੇਸ਼ਨਸ ਤੇ ਇਹਨੂੰ ਕਸਟਡੀ 'ਚ ਨਹੀਂ ਲੈ ਸਕਦੇ। ਤੁਸੀਂ ਇਹਨੂੰ ਦੁਬਾਰਾ ਬੁਲਾ ਲਓ, ਜੁਆਇਨ ਕਰੇਗਾ ਤੇ ਤੁਸੀਂ ਤਫਤੀਸ਼ ਮੁਕੰਮਲ ਕਰੋ। ਉਹ ਤਾਂ ਕੀਤੀ ਨਹੀਂ, ਨਵਾਂ ਪਰਚਾ ਦੇ ਦਿੱਤਾ। ਯੂ ਥਿੰਕ ਇਹ ਗੱਲਾਂ ਇਹ ਸਕਰੂਟਨੀ, ਜੁਡੀਸ਼ੀਅਲ ਸਕਰੂਟਨੀ ਨੂੰ ਸਟੈਂਡ ਕਰ ਲੈਣਗੇ ਗੱਲਾਂ? ਇਹ ਉੱਥੇ ਵੀ ਸਮਾਂ ਲੱਗਿਆ ਸੀ ਨਾ ਸਾਨੂੰ ਜੀ। ਤੇ ਅੱਜ 4 ਸਾਲ ਹੋ ਗਏ ਚਲਾਨ ਨਹੀਂ ਪੇਸ਼ ਕਰ ਸਕੇ। ਦ ਮੋਸਟ ਹੋਸਟਾਈਲ ਗਵਰਨਮੈਂਟ ਜਿਹੜੀ ਐਵੀਡੈਂਸ ਪ੍ਰੋਕਿਓਰ ਕਰ ਰਹੀ ਹੈ ਥਰੂ ਥ੍ਰੈਟ ਐਂਡ ਇੰਡਿਊਸਮੈਂਟ, ਉਹ ਚਲਾਨ ਨਹੀਂ ਪੇਸ਼ ਕਰ ਸਕੀ। ਇਹਦਾ ਕੀ ਹਾਲ ਹੋਊਗਾ? ਪਰ ਸਰ, ਜਦੋਂ ਵਿਜੀਲੈਂਸ ਦਾ ਨੇ ਬਿਆਨ ਜਾਰੀ ਕੀਤਾ, ਉਹਨਾਂ ਕਿਹਾ ਕਿ 29 ਮੋਬਾਈਲ ਫੋਨ ਰਿਕਵਰ ਹੋਏ ਨੇ, 2 ਲੈਪਟਾਪਸ ਨੇ, ਤਾਂ FIR ਦੇ ਵਿੱਚ 29 ਮੋਬਾਈਲ ਫੋਨਸ ਦਾ ਜ਼ਿਕਰ ਹੈ ਜਾਂ ਨਹੀਂ? ਚੀਫ ਮਿਨਿਸਟਰ ਸਾਹਿਬ ਦੀ ਸਟੇਟਮੈਂਟ ਸੀ, ਰੈਕਲੈਸ ਐਂਡ ਹਾਈਲੀ ਰਿਸਪੌਂਸਿਬਲ। ਮੇਬੀ ਔਨ ਅਫਸਰ ਹੁੰਦੇ ਇੰਨਾ ਕੁਝ ਰਿਕਵਰ ਕਰ ਲਿਆ। ਆਇਆ ਜੀ ਮੇਰੇ ਕੋਲ ਫਰਦ ਖਾਨਾ ਤਲਾਸ਼ੀ, 0 ਮੋਬਾਈਲਸ ਨੇ ਜੀ, 0। ਦਿਸ ਇਜ਼ ਦ, ਇਹ ਹਾਲਾਤ ਨੇ ਹੈਡ ਆਫ ਦ ਸਟੇਟ ਦੇ। ਇਸ ਤਰੀਕੇ ਦੀ ਡੈਸਪਰੇਸ਼ਨ ਹੈ। ਅੱਛਾ, ਮੈਨੂੰ ਸੋਚੀ ਸਾਹਿਬ ਇੱਕ ਹੋਰ ਚੀਜ਼ ਦੱਸੋ। ਚੱਟੋਪਾਧਿਆ ਸਾਹਿਬ ਦਾ ਆਉਣਾ, ਫਿਰ ਨਰਿੰਜਨ ਸਿੰਘ ਦਾ ਆਉਣਾ, ਫਿਰ ਬੋਨੀ ਅਜਨਾਲਾ ਦਾ ਆਉਣਾ, ਇਸ ਕੇਸ ਤੇ ਇਹਨਾਂ ਦੇ ਆਉਣ ਦੇ ਨਾਲ ਕਿੰਨਾ ਇਫੈਕਟ ਹੈ ਜਿਹੜਾ ਪੈਣ ਵਾਲਾ? ਕੀ ਕਹਿ ਸਕਦਾ ਜੀ ਮੈਂ ਇਹਦੇ ਬਾਰੇ? ਇਹ ਮੀਡੀਆ ਟ੍ਰਾਇਲ ਚੱਲ ਰਿਹਾ ਜੀ। ਅੱਜ ਫਲਾਨ ਆਏਗਾ, ਅੱਜ ਟਮਕਾਨ ਆਏਗਾ, ਕੱਲ ਤੁਹਾਡੀ ਸਾਰੀ ਮੀਡੀਆ 'ਚ ਨਹੀਂ ਆ ਗਿਆ ਸੀ ਕਿ ਅੱਜ ਇਹਨਾਂ ਨੂੰ ਸ਼ਿਮਲੇ ਲੈ ਕੇ ਜਾ ਰਹੇ। ਇਟ ਵਾਸ ਅਵੇਲੇਬਲ ਇਨ ਔਨ ਮੀਡੀਆ। ਇਹ ਕੋਈ ਤੁਹਾਡੇ ਤੇ ਗੈਗ ਆਰਡਰ ਨਹੀਂ ਲੱਗਿਆ ਹੋਇਆ, SIT ਤੇ ਗੈਗ ਆਰਡਰ ਲੱਗਿਆ ਕਿ ਤੁਸੀਂ ਮੀਡੀਆ 'ਚ ਨਹੀਂ ਜਾ ਸਕਦੇ। ਨਵੀਂ ਟੀਮ, ਨਵੇਂ ਬੰਦੇ ਲਿਆਏ। ਇਹ ਬੋਨੀ ਅਜਨਾਲਾ ਦਾ ਕਿਰਦਾਰ ਮੈਂ ਤੁਹਾਨੂੰ ਦੱਸ ਚੁੱਕਿਆ ਕੀ ਹੈ। ਸਿਧਾਰਥ ਚੱਟੋਪਾਧਿਆ ਦਾ ਜੱਗ ਜ਼ਾਹਿਰ ਹੈ ਜੀ। ਇੱਕ ਆਡੀਓ ਟੇਪ ਨਹੀਂ ਰਿਲੀਜ਼ ਹੋਈ ਸੀ ਜਿਹਦੇ ਨਾਲ ਉਹ PO ਦੇ ਨਾਲ ਬੈਠੇ ਨੇ ਆਪਦੇ ਘਰੇ। ਪ੍ਰਾਈਵੇਟ ਇਨਵੈਸਟੀਗੇਸ਼ਨ ਸੈੱਲ ਲੋਕਾਂ ਨੂੰ ਟੌਰਚਰ ਕਰਨ ਵਾਸਤੇ ਬਣਾ ਰਹੇ ਨੇ। ਕੁਝ ਪੈਸੇ ਦੀ ਲੈਣ ਦੇਣ ਦੀ ਗੱਲ ਸੀ। ਇਟ ਵਾਸ, ਇਹ ਬਿਕਰਮ ਸਿੰਘ ਮਜੀਠੀਆ ਰੋਜ਼ ਇਹਨਾਂ ਦਾ ਪਰਦੇਫਾਸ਼ ਕਰਦਾ। ਹੀ ਇਜ਼ ਅ ਕਾਮਨ ਐਨਮੀ ਐਂਡ ਦੇ ਆਰ ਆਲ ਟੂਗੇਦਰ ਇਨ ਇਟ। ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਇਨਵੈਸਟੀਗੇਸ਼ਨ ਕਰਨੀ ਹੈ ਜੀ, ਔਰ DGP ਲੈਵਲ ਦੇ ਤੁਸੀਂ ਵਿਟਨੈਸਿਸ ਬੁਲਾਉਣੇ ਆ, ਤੇ ਸੋਤਾ ਸਾਹਿਬ ਨੂੰ ਬੁਲਾਓ ਜਿਹੜੇ ਰਿਜ਼ਾਈਨ ਕਰ ਗਏ ਸੀ ਕਿ ਮੈਂ ਪਰਚਾ ਨਹੀਂ ਦਿੰਦਾ, ਝੂਠਾ। 4 ਐਡਵੋਕੇਟ ਜਨਰਲ ਨੂੰ ਬੁਲਾਓ ਜਿਹੜੇ ਕਹਿੰਦੇ ਸੀ ਕਿ ਇਹ ਪਰਚਾ ਬਣਦਾ ਨਹੀਂ, ਨਾ ਇਹ ਕੰਮ ਕਰੋ। ਅਸਥਾਨਾ ਸਾਹਿਬ ਨੂੰ ਬੁਲਾਓ ਜਿਨ੍ਹਾਂ ਨੇ ਰਿਪੋਰਟ ਦਿੱਤੀ ਸੀ। ਚਲੋ ਇਹ ਵੀ ਨਾ ਕਰੋ। ਆਨਰੇਬਲ ਹਾਈ ਕੋਰਟ ਨੇ 3 ਆਲਾ ਅਫਸਰ ਦੀ SIT ਬਣਾਈ ਸੀ ਜੀ। ਵੀ ਨੀਰਜਾ ਤੇ ਇਹ ਸੀਗੇ ਨਗੇਸ਼ਵਰ ਰਾਓ ਜੀ, ਈਸ਼ਵਰ ਸਿੰਘ ਜੀ। ਤੁਸੀਂ ਇਹਨਾਂ ਨੂੰ ਬੁਲਾਓ। ਇਹਨਾਂ ਨੇ ਤਾਂ 10 ਰਿਪੋਰਟਾਂ ਸਬਮਿਟ ਕੀਤੀਆਂ ਹਾਈ ਕੋਰਟ 'ਚ, ਸਟੇਟਸ ਰਿਪੋਰਟਸ। ਇਹਨਾਂ ਨੂੰ ਦਿਸ਼ਾ ਨਿਰਦੇਸ਼ ਸੀ ਕਿ ਕੋਈ ਵੀ ਇਨਸਾਨ ਜਿਹੜਾ ਡਰੱਗ ਦੇ ਕੇਸ ਵਿੱਚ ਸ਼ਾਮਿਲ ਹੈ ਪਰ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ, ਉਹਨੂੰ ਫੜ ਕੇ ਅੰਦਰ ਦਿਓ। ਉਹਨਾਂ ਨੇ ਥੋਰਲੀ ਚੈੱਕ ਕੀਤਾ। ਉਹਨਾਂ ਨੇ ਕੋਈ ਐਲੀਗੇਸ਼ਨ ਲਾਈ ਬਿਕਰਮ ਤੇ? ਕਿੱਥੋਂ ਲਾ ਲੈਣਗੇ? ਹੁਣ ਨਿਰੰਜਨ ਸਿੰਘ ਦੀ ਗੱਲ ਕਰਦੇ, ਇਹਨੂੰ ਤਾਂ ਪ੍ਰੋਟੈਕਸ਼ਨ ਹਾਈ ਕੋਰਟ ਤੋਂ ਮਿਲ ਗਈ ਸੀ। ਜਲੰਧਰ ਤੋਂ ਹੀ ਰਿਟਾਇਰ ਹੋਇਆ, ਇੱਥੇ ਹੀ ਪ੍ਰਮੋਸ਼ਨ ਲਈ। ਇੱਥੇ ਇਸੇ ਕੇਸ ਦਾ ਸੁਪਰਵਾਈਜ਼ਰ ਅਫਸਰ ਰਿਟਾਇਰ ਹੋਇਆ। ਭਾਈ ਤੂੰ ਚਲਾਨ ਕਿਉਂ ਨਾ ਪੇਸ਼ ਕੀਤਾ? ਤੂੰ ਇੰਨਾ ਬੇਬਾਕ, ਇੰਨਾ ਟਰਾਂਸਪੇਰੈਂਟ, ਇੰਨਾ ਤਗੜਾ ਅਫਸਰ ਹੈ, ਹੁਣ ਤੂੰ ਰਿਟਾਇਰਮੈਂਟ ਬਾਅਦ ਆ ਕੇ ਰੋਜ਼ 12 ਕੇ ਚੀਕਾਂ ਮਾਰਦਾ। ਇਹ ਤਾਂ ਦੱਸ ਦੇ ਕਿ ਜਦ ਤੇਰੇ ਕੋਲ ਪਾਵਰ ਸੀ ਤੂੰ ਕਿਉਂ ਨਹੀਂ ਇਸਤੇਮਾਲ ਕੀਤੀ? ਤੇਰੇ ਕੋਲ ਤਾਂ ਪ੍ਰੋਟੈਕਸ਼ਨ ਸੀ ਹਾਈ ਕੋਰਟ ਦੀ। ਜਿਹੜਾ ਤੂੰ ਹੁਣ ਇਨਫਲੂਐਂਸ ਕਰੀ ਜਾਂਦਾ, ਹਾਈ ਕੋਰਟ 'ਚ ਕਿਉਂ ਨਹੀਂ ਦੱਸੀ ਗੱਲ? ਹੁਣ ਨੈਕਸਟ ਵਿਲ ਬੀ ਹਰਪ੍ਰੀਤ ਸਿੰਘ ਸਿੱਧੂ, ਉਹਨੂੰ ਬੁਲਾਉਣਗੇ ਜੀ।
ਸਟ੍ਰੇਂਜ ਕਜ਼ਨ ਨੂੰ। ਮੇਰਾ ਪਹਿਲਾਂ ਇਹਨਾਂ ਨੂੰ ਸਵਾਲ ਹੈ ਕਿ ਤੁਸੀਂ ਤਾਂ ਐਸਟੀਐਫ ਡਰੱਗ ਸੀ, ਤੁਹਾਨੂੰ ਲੱਗਦਾ ਹਰਪ੍ਰੀਤ ਸਿੱਧੂ ਨੂੰ ਬੁਲਾਇਆ? ਹੋਰ ਕਿਹਨੂੰ ਬੁਲਾਉਣਗੇ ਜੀ? ਚਟੋਪਾਧਿਆ ਤੇ ਹਰਪ੍ਰੀਤ ਸਿੱਧੂ ਨੂੰ ਬੁਲਾਉਣਗੇ ਜੀ, ਸੇਮ ਥਿੰਗ। ਇਹ ਕੁਝ ਹੋਊਗਾ ਜੀ? ਡਿਸਪ੍ਰੋਪੋਰਸ਼ਨਲ ਐਸਿਡ ਦੀ ਗੱਲ ਕੌਣ ਕਰ ਰਿਹਾ? ਤੇ ਐਨਡੀਪੀਐਸ ਦਾ ਕੇਸ ਕਿੱਥੇ ਹੈ? ਕੀ ਬਣੂਗਾ ਇਹ ਜੀ ਇਨਵੈਸਟੀਗੇਸ਼ਨ ਦਾ? ਅੱਛਾ, ਲੋਕ ਜਾਣਨਾ ਚਾਹੁੰਦੇ ਨੇ, ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦਾ ਜ਼ਿਕਰ ਹੋ ਰਿਹਾ ਹੈ। ਕਿਹੜੀ ਆਮਦਨ ਕਿੱਥੋਂ ਆਈ ਹੈ ਤੇ ਕਿਹੜੀ ਜਾਇਦਾਦ ਹੈ ਜਿਹੜੀ ਉਹ ਮਜੀਠੀਆ ਸਾਹਿਬ ਨੇ ਇਹਨਾਂ ਕੰਪਨੀਆਂ ਦੇ ਥਰੂ ਬਣਾਈ ਹੈ? ਕਿੰਨੇ ਪੈਸਿਆਂ ਦਾ ਲੈਣ ਦੇਣ ਹੈ ਤੇ ਕਿੰਨੇ FIR ਦੇ ਵਿੱਚ? ਇਹ ਲੋਕ ਪੰਜਾਬ ਵਕੀਲ ਸਾਹਿਬ ਜਾਣਨਾ ਚਾਹੁੰਦਾ ਹੈ। ਇਹ ਦੋ ਕੇਸ ਨੇ ਜੀ। ਇਹ ਡਰੱਗ ਦਾ ਕੇਸ ਹੈ ਜੀ, ਡਰੱਗ ਨਹੀਂ ਹੈ। ਡਿਸਪ੍ਰੋਪੋਰਸ਼ਨੇਟ ਐਸਿਡ ਦਾ ਕੇਸ ਹੈ ਜਿੱਥੇ ਐਸਿਡ ਨਹੀਂ ਹੈ। ਆ ਐਸਿਡ 2 ਬੈਡਰੂਮ ਦਾ 540 ਕਰੋੜ ਦਾ ਜ਼ਿਕਰ ਹੈ। ਤੁਸੀਂ ਕਹਿ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਆਮਦਨ ਹੀ ਨਹੀਂ ਹੈ ਕਿਤੇ। ਕਿਹਦੀ 540 ਕਰੋੜ? ਵਿਕਰਮ ਸਿੰਘ ਮਜੀਠੀਆ ਦੀ। ਕਿੱਥੇ ਲਿਖਿਆ? ਇਹ ਵੀ FIR 'ਚ ਨਹੀਂ ਲਿਖਿਆ। ਹਿਮ ਐਂਡ ਹਿਜ਼ ਰਿਲੇਟਡ ਕੰਪਨੀਜ਼, ਉਹ ਕੋਈ ਰਿਲੇਸ਼ਨਸ਼ਿਪ ਲਿੰਕ ਕਦੇ ਤੇ ਐਸਟੈਬਲਿਸ਼ ਕਰੋਗੇ? ਵਾਟ ਇਜ਼ ਦ ਲਿੰਕ ਬਿਟਵੀਨ ਦੋਸ ਕੰਪਨੀਜ਼ ਐਂਡ ਵਿਕਰਮ ਸਿੰਘ ਮਜੀਠੀਆ? 2007 ਵਿੱਚ ਉਹ ਸਰਾਏ ਇੰਡਸਟਰੀਜ਼ ਲਿਮਿਟਡ ਤੋਂ ਰਿਜ਼ਾਈਨ ਕਰਕੇ ਆ ਗਿਆ ਸੀ, ਬਿਫੋਰ ਹੀ ਐਂਟਰਡ ਪਬਲਿਕ ਲਾਈਫ। ਉਹ ਕਹਿੰਦੇ ਜੀ ਕਿ ਇਹ ਵੀ ਗੱਲ ਕਹਿੰਦੇ ਨੇ ਜੀ FIR 'ਚ ਕਿ ਵਿਕਰਮ ਸਿੰਘ ਮਜੀਠੀਆ ਮਿਨਿਸਟਰ ਬਣਿਆ, ਇਹ ਕੰਪਨੀਆਂ ਨੂੰ ਇਹਨੇ ਆਪਦੀ ਓਫੀਸ਼ੀਅਲ ਪੋਜੀਸ਼ਨ ਯੂਜ਼ ਕਰਕੇ ਬੜਾ ਫਾਇਦਾ ਪਹੁੰਚਾਇਆ ਜੀ। ਉਹ ਮੇਰੇ ਭਾਈ, ਸਰਾਏ ਇੰਡਸਟਰੀਜ਼ ਲਿਮਿਟਡ ਦੀ ਕੋਈ ਪ੍ਰੈਜ਼ੈਂਸ ਪੰਜਾਬ 'ਚ ਹੈ ਹੀ ਨਹੀਂ। 1905 'ਚ ਇਹ ਕੰਪਨੀ ਬਣੀ UP 'ਚ, ਸਰਦਾਰ ਨਗਰ 'ਚ। 1905 'ਚ ਸ਼ੂਗਰ ਦਾ ਕੰਮ ਕਰਦੇ ਸੀ। 1905 'ਚ 70 ਸਾਲ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਪੈਦਾ ਹੋਣ ਤੋਂ। 1947 'ਚ ਇਹ ਲਿਕਰ ਬਿਜ਼ਨਸ 'ਚ ਆਏ, ਜਿੱਥੇ ਸਿਰਫ ਤੇ ਸਿਰਫ ਕੈਸ਼ ਸੇਲ ਹੁੰਦੀ ਹੈ। 540 ਕਰੋੜ ਕਿੱਥੇ ਮਿਲੇ? ਕਿੱਥੇ ਉਹ ਕੇਸ ਪ੍ਰਾਪਰਟੀ? ਤੁਹਾਨੂੰ ਬੈਂਕ ਅਕਾਊਂਟ ਮਿਲੇ ਜਿੱਥੇ 540 ਕਰੋੜ ਦਾ ਛੱਡੋ, ਜਿੰਨੇ ਵੀ ਪੈਸੇ ਨੇ ਉਹ ਆਪ ਡਿਪੋਜ਼ਿਟ ਕਰਾਏ ਕੰਪਨੀ ਨੇ, ਤੁਹਾਡੇ ਕੋਲ ਤਾਂ ਖਾਤੇ ਮਿਲੇ ਨੇ। ਤਾਂ ਉਹ ਕੈਸ਼ ਡਿਪੋਜ਼ਿਟ ਬਲੈਕ ਮਨੀ ਕਿਵੇਂ ਹੋ ਗਿਆ? ਈਚ ਐਂਡ ਐਵਰੀ ਪੈਨੀ ਇਜ਼ ਅਕਾਊਂਟਡ ਐਂਡ ਸਕਰੂਟਨਾਈਜ਼ਡ ਬਾਈ ਦ ਇਨਕਮ ਟੈਕਸ ਡਿਪਾਰਟਮੈਂਟ। ਸਾਰੀ ਸੇਲ ਤੇ ਐਕਸਾਈਜ਼ ਪੇਡ ਹੈ, ਇੱਕ ਪੈਸੇ ਦਾ ਜੁਰਮਾਨਾ ਨਹੀਂ ਅਜੇ ਤੱਕ ਲੱਗਿਆ ਉਹਨਾਂ ਨੂੰ। ਤੇ ਵਿਕਰਮ ਦਾ ਉਹਨਾਂ ਕੰਪਨੀਆਂ ਤੋਂ ਲੈਣਾ ਦੇਣਾ ਕੁਝ ਨਹੀਂ ਹੈ, ਕਿਉਂਕਿ ਵਿਕਰਮ ਮਜੀਠੀਆ ਤੁਹਾਨੂੰ ਅੱਖ 'ਚ ਰੜਕਦਾ, ਤੁਹਾਨੂੰ ਤੰਗ ਪਰੇਸ਼ਾਨ ਕਰਦਾ ਹੈ, ਤੁਹਾਡਾ ਜੀਣਾ ਉਹਨੇ ਖਰਾਬ ਕੀਤਾ ਹੋਇਆ। ਯੂ ਵਾਂਟ ਟੂ ਫਿਕਸ ਹਿਮ, ਤੁਹਾਡੇ ਕੋਲ ਅੱਜ ਪਾਵਰ ਹੈ, ਤੁਸੀਂ ਕੋਸ਼ਿਸ਼ ਕਰ ਰਹੇ ਹੋ। ਅੱਛਾ, ਸ਼ਿਕਾਇਤਕਰਤਾ ਕੌਣ ਹੈ? ਧੋਖਾ ਕਿਹਦੇ ਨਾਲ ਹੋ ਗਿਆ? ਠੱਗੀ ਕਿਹਦੇ ਨਾਲ ਹੋ ਗਈ ਇਸ ਪੂਰੇ ਇਨਸੀਡੈਂਸ ਦੇ ਵਿੱਚ? ਉਹ ਡਰੱਗ ਕਿੱਥੇ ਆ ਗਈ? ਡਰੱਗ ਕਿੱਥੇ ਹੈ? 1 ਗ੍ਰਾਮ ਵੀ ਕੋਈ ਰਿਕਵਰੀ ਹੈ? 10 ਰੁਪਏ ਵੀ ਰਿਕਵਰ ਹੋਏ ਵਿਕਰਮ ਦੇ ਘਰੋਂ? ਨਾਟ 10 ਰੁਪੀਜ਼ ਸਰ। ਧੋਖਾ ਕਿਹਦੇ ਨਾਲ ਹੋਣਾ? ਇਹ ਤਾਂ ਸਰਕਾਰਾਂ ਦੇ ਕੰਮ ਨੇ। ਇਟ ਇਜ਼ ਅ ਵੈਰੀ ਵੈਰੀ ਟ੍ਰੈਜਿਕ ਸਟੇਟ ਆਫ ਅਫੇਅਰਸ। ਇਹ ਜਿਹੜੀ ਵੈਂਡੇਟਾ ਪੋਲਿਟਿਕਸ ਹੈ ਨਾ, ਇਹ ਪੰਜਾਬ ਨੂੰ ਖਤਮ ਕਰ ਰਹੀ ਹੈ। ਅੱਛਾ, ਜੇ ਹੁਣ ਟੈਕਨੀਕਲ ਗਰਾਊਂਡਸ ਤੇ ਗੱਲ ਕਰੀਏ, ਲੀਗਲ ਕਿਹੜੀਆਂ ਰੈਮਡੀਜ਼ ਨੇ ਜਿਹੜੀਆਂ ਤੁਸੀਂ ਅਪਲਾਈ ਕਰ ਰਹੇ ਹੋ? ਇਹ ਤਾਂ ਸਾਡੀ ਸਟ੍ਰੈਟਜੀ ਹਲੇ ਰਹਿਣ ਦਿਓ ਜੀ ਸਾਡੇ ਕੋਲ ਹੀ। ਇਨ ਟਾਈਮ ਸਾਰਿਆਂ ਨੂੰ ਪਤਾ ਲੱਗ ਜਾਏਗੀ, ਬਟ it'll be worth watching is all I can say. ਅਦਾਲਤ ਦੇ ਵਿੱਚ ਹਰ ਇੱਕ ਚੀਜ਼ ਨੂੰ ਐਕਸਪੋਜ਼ ਕਰੋਗੇ? ਹੋਰ ਕੀ ਕਰਾਂਗੇ ਜੀ? we'll have to defend ourselves. ਸਾਨੂੰ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਣਾ ਪੈਣਾ ਇਸ ਕੇਸ ਨੂੰ। ਸਟੈਂਡ ਕਰਦਾ ਹੈ ਕੇਸ ਸੋਪਤੀ ਸਾਹਿਬ? ਇਹ ਤਾਂ ਕੋਰਟਸ ਦੱਸਣਗੀਆਂ ਜੀ। NDPS ਕੇਸ ਤਾਂ ਖੜਿਆ ਕੋਈ ਨਹੀਂ, ਸਗੋਂ ਪ੍ਰੀ ਟਰਾਇਲ ਫਾਈਂਡਿੰਗਸ ਆ ਗਈਆਂ ਕਿ there is nothing in this case, evidence is frail, ਇਸੇ ਕਰਕੇ ਚਲਾਨ ਨਹੀਂ ਪੇਸ਼ ਹੋ ਰਿਹਾ। 5 SITs ਚੇਂਜ ਹੋ ਗਈਆਂ। FIR ਐਲੀਗੇਸ਼ਨ ਸੇ ਹੋ ਜਾਂਦੀ ਹੈ, ਚਲਾਨ ਤਾਂ ਐਵੀਡੈਂਸ ਤੇ ਜਾਓ ਨਾ ਜੀ, ਮੁਕੰਮਲ ਕਰਕੇ। ਹੁਣ ਕੋਈ ਐਵੀਡੈਂਸ ਹੋਊਗਾ ਤਾਂ ਚਲਾਨ ਪੇਸ਼ ਕਰੋਗੇ। FIR ਤੇ ਅਰੈਸਟ ਕਰ ਲਿਆ, ਪਿਛਲੀ ਵਾਰ ਵੀ ਕਰ ਲਿਆ ਸੀ, ਕੀ ਬਣਿਆ? ਇਹਦਾ ਕੀ ਬਣੂ? ਅੱਛਾ, ਮੇਰਾ ਲਾਸਟ ਸਵਾਲ ਹੈ। ਹੁਣ ਮਜੀਠੀਆ ਸਾਹਿਬ ਨੂੰ ਕਹਿੰਦੇ ਹਿਮਾਚਲ ਸ਼ਿਮਲੇ ਲੈ ਕੇ ਜਾਇਆ ਜਾ ਰਿਹਾ, ਉਸ ਤੋਂ ਬਾਅਦ ਅੰਮ੍ਰਿਤਸਰ। ਅਗਰ ਵਿਜੀਲੈਂਸ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਠਿਕਾਣਿਆਂ ਦੀ ਛਾਣਬੀਨ ਹੋਣੀ ਹੈ। ਇਸ ਦੇ ਨਾਲ ਕੀ ਹੋਣ ਵਾਲਾ ਹੈ? ਇਸ ਦੇ ਨਾਲ ਕਿਹੜੀਆਂ ਕੜੀਆਂ ਨੇ ਜਿਹੜੀਆਂ ਅੱਗੇ ਜੋੜ ਸਕਦੀ ਹੈ ਵਿਜੀਲੈਂਸ? ਮੀਡੀਆ ਟ੍ਰਾਇਲ ਪਹਿਲਾਂ ਲੀਕ ਕਰ ਦਿੰਦੇ ਆ ਕਿ ਅੱਜ ਨਿਰੰਜਨ ਸਿੰਘ ਆਏਗਾ, ਅੱਜ ਚਟੋਪਾਧਿਆ ਆਏਗਾ, ਅੱਜ ਅਸੀਂ ਤਲਬੀਰ ਸਿੰਘ ਗਿੱਲ ਦੇ ਘਰੇ ਜਾ ਰਹੇ ਹਾਂ, ਉਹ ਇਹ ਡਿਸਕਲੋਜ਼ਰ ਦੇਗਾ, ਕੱਲ੍ਹ ਇਹਨੂੰ ਅਸੀਂ ਸ਼ਿਮਲੇ ਲੈ ਕੇ ਚੱਲੇ ਹਾਂ, ਪਰਸੋਂ ਇਹਨੂੰ ਅੰਮ੍ਰਿਤਸਰ ਲੈ ਕੇ ਚੱਲੇ ਹਾਂ। ਸੋ ਦੈਟ ਮੀਡੀਆ ਡਸ ਹਾਊਂਡਸ ਹਿਮ, ਕੀਪਸ ਦ ਪੋਟ ਬੋਇਲਿੰਗ, ਦੈਟ ਪੋਲੀਟੀਕਲ ਪੋਟ ਬੋਇਲਿੰਗ। ਕੋਰਟ 'ਚ ਤਾਂ ਗੱਲ ਕਰੀਏ, ਕੋਰਟ 'ਚ ਤਾਂ ਗੱਲ ਕਰੀਏ, ਚਲਾਨ ਤਾਂ ਦਿਓ, ਉਹਨੂੰ ਟੈਸਟ ਤਾਂ ਕਰੀਏ। 2 ਤਰੀਕ ਨੂੰ ਦੇਖਦੇ ਹਾਂ। ਰੈਡੀ ਹੋ ਪੂਰੇ? ਠੀਕ ਹੈ, ਬਹੁਤ ਮਿਹਰਬਾਨੀ। ਤਾਂ ਬਿਲਕੁਲ ਕੇਸ ਦੇ ਟੈਕਨੀਕਲ ਗਰਾਊਂਡਸ ਨੇ ਜਿਹੜੇ ਉਹਨਾਂ 'ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਆਖਰ
ਡਰੱਗ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਕੇਸ ਦੇ ਵਿੱਚ ਹੈ ਕੀ ਇਹ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦਾ ਕੇਸ ਹੈ? ਕਿਉਂਕਿ ਪ੍ਰਚਾਰ ਪ੍ਰਸਾਰ ਯੁੱਧ ਨਸ਼ਿਆਂ ਵਿਰੁੱਧ ਦਾ ਹੋ ਰਿਹਾ। ਕਹਿੰਦੇ ਜੋ ਹਾਲ ਡਰੱਗ ਵਾਲੇ ਕੇਸ ਦਾ ਹੋਇਆ ਸੀ ਉਸ ਤੋਂ ਵੱਧ ਭੈੜਾ ਹਾਲ ਇਸ ਕੇਸ ਦਾ ਹੋ ਸਕਦਾ ਹੈ। ਕਿਤੇ ਵੀ ਵਿਕਰਮ ਮਜੀਠੀਆ ਦਾ ਕਨੈਕਸ਼ਨ ਸਾਬਤ ਨਹੀਂ ਹੁੰਦਾ। ਕੈਮਰਾ ਪਰਸਨ ਨਿਤਿਨ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ। ਵੀਡੀਓ ਦੇ ਵਿੱਚ ਆਪਾਂ ਨੇ ਵਿਕਰਮ ਮਜੀਠੀਆ ਦੇ ਵਕੀਲ ਦੀ ਗੱਲਬਾਤ ਸੁਣੀ। ਵਿਕਰਮ ਮਜੀਠੀਆ ਦੇ ਵਕੀਲ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਦੇ ਉੱਤੇ ਜਿੰਨੇ ਵੀ ਐਲੀਗੇਸ਼ਨ ਲਗਾਏ ਗਏ ਨੇ ਸਭ ਦੇ ਸਭ ਝੂਠੇ ਨੇ। ਇੱਕ ਵੀ ਐਲੀਗੇਸ਼ਨ ਸੱਚ ਸਾਬਤ ਨਹੀਂ ਹੋਇਆ। ਨਾ ਤੇ ਆਮਦਨ ਤੋਂ ਜ਼ਿਆਦਾ ਪ੍ਰਾਪਰਟੀ ਹੈ ਔਰ ਨਾ ਹੀ ਨਸ਼ੇ ਦੇ ਕੋਈ ਸਬੂਤ ਮਿਲੇ ਨੇ, ਨਾ ਹੀ ਕੋਈ ਗਵਾਹ ਮਿਲੇ ਨੇ। ਸਭ ਕੁਝ ਝੂਠ ਹੈ। ਤੇ ਫਿਰ ਪੱਤਰਕਾਰ ਵੀਰ ਨੇ ਅੱਗੋਂ ਪੁੱਛਿਆ ਜੇ ਕਿ ਅਗਰ ਕੇਸ ਹੀ ਕੋਈ ਨਹੀਂ ਹੈਗਾ, ਐਲੀਗੇਸ਼ਨ ਸੱਚ ਹੀ ਨਹੀਂ ਸਾਬਤ ਹੋਏ ਤੇ ਅਦਾਲਤਾਂ ਨੇ ਵਿਕਰਮ ਮਜੀਠੀਆ ਨੂੰ ਬੇਲ ਕਿਉਂ ਨਹੀਂ ਦਿੱਤੀ, ਰਿਹਾ ਕਿਉਂ ਨਹੀਂ ਕੀਤਾ? ਤੇ ਅੱਗੋਂ ਵਕੀਲ ਸਾਹਿਬ ਦਾ ਜਵਾਬ ਸੀ ਕਿ ਏਡੇ ਵੱਡੇ ਐਲੀਗੇਸ਼ਨ ਲਗਾਏ ਗਏ ਨੇ, ਅਦਾਲਤਾਂ ਦਾ ਕਹਿਣਾ ਹੈ ਕਿ ਚਲੋ ਤਸੱਲੀ ਦੇ ਨਾਲ ਇਨਵੈਸਟੀਗੇਸ਼ਨ ਕਰ ਲਈਏ। ਦੇਖੋ ਜੀ, ਇੰਜ ਹੋ ਸਕਦਾ? ਬਿਲਕੁਲ ਨਹੀਂ ਇੰਜ ਹੋ ਸਕਦਾ। ਜਿੰਨਾ ਚਿਕਰ ਕੋਈ ਨਾ ਕੋਈ ਸਬੂਤ ਨਾ ਹੋਵੇ, ਐਵੇਂ ਹੀ ਝੂਠੇ ਸਬੂਤਾਂ ਦੀ ਬਿਨਾਂ ਤੇ ਕਿਸੇ ਨੂੰ ਵੀ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਕਿਸੇ ਨੂੰ ਵੀ ਇੰਨੇ ਲੰਬੇ ਅਰਸੇ ਵਾਸਤੇ, ਤਕਰੀਬਨ 3-4 ਹਫ਼ਤੇ ਹੋ ਗਏ ਵਿਕਰਮ ਮਜੀਠੀਆ ਨੂੰ, ਪਹਿਲੋਂ ਰਿਮਾਂਡ ਦੇ ਵਿੱਚ ਸੀ, ਹੁਣ ਜੇਲ੍ਹ ਦੇ ਵਿੱਚ ਹੈ। ਇੰਨੀ ਦੇਰ ਕਦੇ ਵੀ ਅਦਾਲਤਾਂ ਇੱਕ ਸੱਚੇ ਬੰਦੇ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਦੀਆਂ। ਬਾਕੀ ਜਦੋਂ ਵੀ ਵਿਕਰਮ ਮਜੀਠੀਆ ਦੇ ਵਕੀਲ ਦੀ ਗੱਲਬਾਤ ਸੁਣਦੇ ਆ ਤੇ ਇੰਜ ਲੱਗਦਾ ਹੈ ਕਿ ਵਿਕਰਮ ਮਜੀਠੀਆ ਨੇ ਕੁਝ ਵੀ ਨਹੀਂ ਕੀਤਾ। ਵਿਕਰਮ ਮਜੀਠੀਆ ਦੇ ਉੱਤੇ ਜਿੰਨੇ ਵੀ ਇਲਜ਼ਾਮ ਲਗਾਏ ਗਏ ਨੇ ਸਭ ਝੂਠੇ ਨੇ। ਲੇਕਿਨ ਜਦੋਂ ਹੀ ਸਰਕਾਰੀ ਵਕੀਲਾਂ ਦੀ ਗੱਲਬਾਤ ਸੁਣੀਏ ਤੇ ਇੰਜ ਲੱਗਦਾ ਹੈ ਕਿ ਵਿਕਰਮ ਮਜੀਠੀਆ ਨੇ ਸਭ ਕੁਝ ਕਰ ਦਿੱਤਾ। ਲੇਕਿਨ ਅਗਰ ਪੰਜਾਬ ਦੇ ਲੋਕਾਂ ਦੀ ਗੱਲਬਾਤ ਸੁਣੀਏ ਤੇ ਪੰਜਾਬ ਦਾ ਬੱਚਾ ਕਹਿੰਦਾ ਹੈ ਕਿ ਵਿਕਰਮ ਮਜੀਠੀਆ ਦੇ ਨਾਲ ਬਿਲਕੁਲ ਠੀਕ ਹੋਇਆ। ਪੂਰਾ ਪੰਜਾਬ ਕਹਿ ਰਿਹਾ ਕਿ ਵਿਕਰਮ ਮਜੀਠੀਆ ਨਸ਼ਾ ਤਸਕਰ ਹੈ। ਵਿਕਰਮ ਮਜੀਠੀਆ ਨੇ ਪੰਜਾਬ ਦੀ ਨੌਜਵਾਨ ਨਸਲ ਨੂੰ ਬਰਬਾਦ ਕੀਤਾ ਹੈ। ਵਿਕਰਮ ਮਜੀਠੀਆ ਨੇ ਪੰਜਾਬ ਦੇ ਨੌਜਵਾਨਾਂ ਨੂੰ ਹੱਥੀਂ ਜਿਹੜਾ ਹੈ ਉਹ ਕਤਲ ਕਰਵਾਇਆ ਹੈ। ਤੇ ਦੂਸਰੀ ਤਰਫ ਅਗਰ ਦੇਖੀਏ ਵਕੀਲ ਦੀ ਤਰਫ, ਸਰਕਾਰੀ ਵਕੀਲ ਦੀ ਤਰਫ, ਤੇ ਇੰਜ ਲੱਗਦਾ ਹੈ ਕਿ ਜਿੰਨੇ ਵੀ ਵਿਕਰਮ ਮਜੀਠੀਆ ਦੇ ਐਲੀਗੇਸ਼ਨ ਲਗਾਏ ਗਏ ਨੇ ਸਾਰੇ ਸੱਚ ਨੇ। ਸਿਰਫ ਇੱਕੋ ਹੀ ਬੰਦਾ ਹੈ ਜਿਹਦੀ ਗੱਲਬਾਤ ਸੁਣੀਏ ਤੇ ਇੰਜ ਲੱਗਦਾ ਹੈ ਕਿ ਵਿਕਰਮ ਮਜੀਠੀਆ ਨੇ ਕੁਝ ਵੀ ਨਹੀਂ ਕੀਤਾ ਤੇ ਉਹ ਵਿਕਰਮ ਮਜੀਠੀਆ ਦਾ ਵਕੀਲ ਹੈ। ਬਾਕੀ ਵੀਡੀਓ ਦੇਖ ਕੇ ਜੋ ਮੈਨੂੰ ਲੱਗਦਾ ਸੀ ਮੈਂ ਆਪ ਜੀ ਨੂੰ ਦੱਸ ਦਿੱਤਾ। ਜੋ ਆਪ ਜੀ ਨੂੰ ਲੱਗਦਾ ਆਪ ਜੀ ਨੇ ਮੈਨੂੰ ਕਮੈਂਟ ਦੇ ਵਿੱਚ ਲਾਜ਼ਮੀ ਦੱਸਣਾ ਹੈ। ਤੇ ਇਸ ਮੇਰੀ ਅੱਜ ਦੀ ਵੀਡੀਓ, ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।